तो बच्चियों ਅੱਜ ਆਪਾਂ ਕੰਪਨੀਜ਼ ਅਕਾਊਂਟ ਫॉर ਅ ਸ਼ੇਅਰ ਕੈਪੀਟਲ ਦੇ ਅੰਦਰ ਸੈਕੰਡ ਟੌਪਿਕ ਕਰਦੇ ਹਾਂ ਟਾਈਪਸ ਆਫ ਕੈਪੀਟਲ ਬੱਚੇ ਬੇਸਿਕਲੀ ਚਾਰ ਤਰੀਕੇ ਦੀ ਹੁੰਦੀ ਆ ਅਥੋਰਾਈਜ਼ਡ ਕੈਪੀਟਲ ਇਸ਼ੂਡ ਕੈਪੀਟਲ ਸਬਸਕ੍ਰਾਈਬਡ ਕੈਪੀਟਲ ਐਂਡ ਪੇਡ ਅਪ ਕੈਪੀਟਲ ਆਪਾਂ 1 ਬਾय 1 ਕਰਕੇ ਡਿਸਕਸ ਕਰਦੇ ਹਾਂ ਅਥੋਰਾਈਜ਼ਡ ਕੈਪੀਟਲ ਕੀ ਹੁੰਦੀ ਆ ਬੱਚੇ ਜਦੋਂ ਫਰਮ ਰਜਿਸਟਰ ਕਰਵਾਈ ਜਾਂਦੀ ਹੈ ਮੈਂ ਨਾਮ ਨਾਲ ਇੱਥੇ ਡਿਫਾਈਨ ਕਰੀ ਜਾਣਾ ਜਦੋਂ ਫਰਮ ਰਜਿਸਟਰ ਕਰਵਾਈ ਜਾਂਦੀ ਹੈ ਐਟ ਦਾ ਟਾਈਮ ਆਫ ਰਜਿਸਟ੍ਰੇਸ਼ਨ ਉਦੋਂ ਇੱਕ ਡਾਕੂਮੈਂਟ ਹੁੰਦਾ MOA ਮੈਮੋਰੈਂਡਮ ਆਫ ਐਸੋਸੀਏਸ਼ਨ ਜਦੋਂ ਮੈਮੋਰੈਂਡਮ ਆਫ ਐਸੋਸੀਏਸ਼ਨ ਬੱਚੇ ਬਣਦਾ ਵਾ ਤਾਂ ਉਹਦੇ ਅੰਦਰ ਲਿਖਿਆ ਜਾਂਦਾ ਰਜਿਸਟ੍ਰੇਸ਼ਨ ਦੇ ਟਾਈਮ ਜਦੋਂ ਕੰਪਨੀ ਲਾਜ਼ ਐਕਟ ਦੇ ਅੰਦਰ ਰਜਿਸਟਰ ਕਰਵਾਈ ਜਾਂਦੀ ਹੈ ਕਿ ਸਾਡੀ ਮੈਕਸਿਮਮ ਕੈਪੀਟਲ ਕਿੰਨੀ ਹੋਊਗੀ ਫਰਮ ਦੀ ਮੈਕਸਿਮਮ ਕੈਪੀਟਲ ਸਪੋਜ਼ ਕਰੋ XYZ ਲਿਮਟਿਡ ਕੰਪਨੀ ਆ ਉਹਦੀ ਜਿਹੜੀ ਮੈਕਸਿਮਮ ਕੈਪੀਟਲ ਆ ਡਿਸਾਈਡ ਕੀਤੀ ਗਈ ਆ ਕਿ ਕੰਪਨੀ ਦੇ ਅੰਦਰ ਵੱਧ ਤੋਂ ਵੱਧ 10 ਲੱਖ ਰੁਪਏ ਦੀ ਉਹਦੀ ਜਿਹੜੀ ਕੈਪੀਟਲ ਹੋਊਗੀ ਸੋ ਇਹ ਬੱਚੇ ਡਿਫਾਈਨ ਕਰਨਾ ਜ਼ਰੂਰੀ ਹੁੰਦਾ ਕਿ ਇੱਕ ਕੰਪਨੀ ਦੀ ਮੈਕਸਿਮਮ ਕੈਪੀਟਲ ਕਿੰਨੀ ਹੋਊਗੀ ਸੋ ਉਸ ਚੀਜ਼ ਨੂੰ ਕਹਿੰਦੇ ਆ ਅਥੋਰਾਈਜ਼ਡ ਕੈਪੀਟਲ ਕਲੀਅਰ ਹੁਣ ਮੈਂ ਇੱਥੇ ਇੱਕ ਚੀਜ਼ ਤੁਹਾਨੂੰ ਹੋਰ ਕਲੀਅਰ ਕਰ ਦੇਣਾ ਚਾਹੁੰਦਾ ਕਿ ਜਿਹੜੀ ਕੈਪੀਟਲ ਆ ਸਭ ਤੋਂ ਪਹਿਲਾਂ ਕੈਪੀਟਲ ਦਾ ਮੀਨਿੰਗ ਕਲੀਅਰ ਹੋਣਾ ਚਾਹੀਦਾ ਕੰਪਨੀ ਦੇ ਅੰਦਰ ਜਿਹੜੀ ਕੈਪੀਟਲ ਆ ਉਹ ਸ਼ੇਅਰਸ ਦੇ ਵਿੱਚ ਅਲਾਟ ਕੀਤੀ ਜਾਂਦੀ ਹੈ ਸ਼ੇਅਰਸ ਦੇ ਵਿੱਚ ਡਿਸਟ੍ਰੀਬਿਊਟ ਕੀਤੀ ਜਾਂਦੀ ਹੈ ਮੀਨਸ ਇੱਥੇ ਗੱਲ ਕੀਤੀ ਆਪਾਂ 10 ਲੱਖ ਕੈਪੀਟਲ ਦੀ ਤਾਂ ਜਿਹੜੀ 10 ਲੱਖ ਕੈਪੀਟਲ ਆ ਬੱਚੇ ਉਹਨੂੰ ਨੰਬਰ ਆਫ ਸ਼ੇਅਰਸ ਦੇ ਵਿੱਚ ਡਿਸਟ੍ਰੀਬਿਊਟ ਕੀਤਾ ਜਾਂਦਾ ਮੈਂ ਤੁਹਾਨੂੰ ਐਗਜ਼ਾਮਪਲ ਦੇ ਤੌਰ ਤੇ ਸਮਝਾ ਦਿੰਦਾ ਜਦੋਂ ਕੰਪਨੀ ਨਵੀਂ ਆਉਂਦੀ ਹੈ ਸਪੋਜ਼ ਕਰੋ ਉਹਦੀ ਇੰਨੀ ਗੁੱਡਵਿਲ ਨਹੀਂ ਹੁੰਦੀ ਤਾਂ ਇੱਕ ਕੰਪਨੀ ਕਹਿੰਦੇ ਕਿ ਸਾਡੇ ਇੱਕ ਸ਼ੇਅਰ ਦੀ ਵੈਲਿਊ ਉਹ 10 ਰੁਪਏ ਆ ਮੀਨਸ ਸ਼ੇਅਰ ਪਰ ਸ਼ੇਅਰ ਆ ਜਿਹੜੀ ਅਮਾਉਂਟ ਆ ਉਹ ₹10 ਆ ਔਰ ਜੇ ਕੰਪਨੀ ਦੀ ਟੋਟਲ 10 ਲੱਖ ਰੁਪਈਆ ਕੈਪੀਟਲ ਆ ਤਾਂ ਇੱਕ ਸ਼ੇਅਰ ਦੀ ਵੈਲਿਊ 10 ਰੁਪਏ ਆ ਤਾਂ ਕੰਪਨੀ ਕੋਲੇ ਕੁੱਲ ਕਿੰਨੇ ਸ਼ੇਅਰਸ ਹੋਏ 10 ਲੱਖ ਡਿਵਾਈਡਡ ਬਾਈ 10 ਦੈਟ ਮੀਨਸ ਕੰਪਨੀ ਕੋਲੇ 1 ਲੱਖ ਸ਼ੇਅਰਸ ਹੋਏ ਸੋ ਕਹਿਣ ਦਾ ਮਤਲਬ ਆ ਕਿ ਕੰਪਨੀ ਮੈਕਸਿਮਮ ਤੋਂ ਮੈਕਸਿਮਮ 1 ਲੱਖ ਸ਼ੇਅਰਸ ਅਲਾਟ ਕਰ ਸਕਦੀ ਆ ਇਹ ਚੀਜ਼ ਅਥੋਰਾਈਜ਼ਡ ਕੈਪੀਟਲ ਦੇ ਅੰਦਰ ਮੈਮੋਰੈਂਡਮ ਆਫ ਐਸੋਸੀਏਸ਼ਨ ਅੰਦਰ ਡਿਫਾਈਨ ਕਰਨੀ ਪੈਂਦੀ ਕਲੀਅਰ ਬੱਚੇ ਇਸ ਤੋਂ ਜ਼ਿਆਦਾ ਕੰਪਨੀ ਆਪਣੇ ਸ਼ੇਅਰਸ ਇਸ਼ੂ ਨਹੀਂ ਕਰ ਸਕਦੀ ਸੋ ਹੁੰਦਾ ਕੀ ਆ ਇਸ ਚੀਜ਼ ਨੂੰ ਅਥੋਰਾਈਜ਼ਡ ਕੈਪੀਟਲ ਵੀ ਕਹਿੰਦੇ ਆ ਤੇ ਨੋਮੀਨਲ ਕੈਪੀਟਲ ਵੀ ਕਹਿੰਦੇ ਇੱਕੋ ਹੀ ਵਰਡ ਆ ਇਹ ਚਾਹੇ ਅਥੋਰਾਈਜ਼ਡ ਕੈਪੀਟਲ ਕਹਿ ਲਓ ਚਾਹੇ ਨੋਮੀਨਲ ਕੈਪੀਟਲ ਇਹ ਡਿਫਾਈਨ ਕਰਨਾ ਪੈਂਦਾ ਆਪਾਂ ਨੂੰ ਜਿਸ ਟਾਈਮ ਆਪਾਂ ਰਜਿਸਟ੍ਰੇਸ਼ਨ ਕਰਾਉਂਦੇ ਆ MOA ਦੇ ਅੰਦਰ ਕਿ ਸਾਡੀ ਮੈਕਸਿਮਮ ਕੈਪੀਟਲ ਕਿੰਨੀ ਹੋਊਗੀ ਔਰ ਸਾਡੇ ਸ਼ੇਅਰ ਦੀ ਕੀਮਤ ਕਿੰਨੀ ਹੈ 10 ਰੁਪਏ ਇਹ ਜਿਹੜੀ ਆ ਬੱਚੇ ਚੇਂਜ ਹੁੰਦੀ ਰਹਿੰਦੀ ਹੈ ਸਪੋਜ਼ ਕਰੋ 5 ਸਾਲ ਆਪਣੀ ਕੰਪਨੀ ਚੱਲ ਗਈ ਤਾਂ ਜਿਹੜਾ ਆਪਣੀ ਗੁੱਡਵਿਲ ਬਹੁਤ ਵਧੀਆ ਹੋਊਗੀ ਤਾਂ ਆਪਾਂ ਆਪਣਾ ਜਿਹੜਾ ਸ਼ੇਅਰ 10 ਰੁਪਏ ਦੀ ਬਜਾਏ 20 ਰੁਪਏ 30 ਰੁਪਏ 15 ਰੁਪਏ ਵੀ ਵੇਚ ਸਕਦੇ ਹਾਂ ਔਰ ਜਿਹੜੀ ਕੰਪਨੀ ਦੀ ਗੁੱਡਵਿਲ ਨਹੀਂ ਵਧੀਆ ਹੁੰਦੀ ਤਾਂ ਉਹ ਸ਼ੇਅਰ 8 ਰੁਪਏ 7 ਰੁਪਏ 'ਚ ਵੀ ਵਿਕਦਾ ਵਾ ਸੋ ਉਸ ਚੀਜ਼ ਨੂੰ ਡਿਸਕਾਊਂਟ ਕਹਿੰਦੇ ਆ ਔਰ ਜੇ ਵੱਧ ਜੇ ਤਾਂ ਪ੍ਰੀਮੀਅਮ ਕਹਿੰਦੇ ਆ ਇਸ ਚੀਜ਼ ਨੂੰ ਆਪਾਂ ਅੱਗੇ ਡਿਸਕਸ ਕਰਾਂਗੇ ਸੋ ਬੇਸਿਕਲੀ ਕੀ ਆ ਚੀਜ਼ ਸਮਝ ਲੱਗੀ 10 ਲੱਖ ਸ਼ੇਅਰਸ ਨੇ ਤੇ 10 ਰੁਪਏ ਦੇ ਹਿਸਾਬ ਨਾਲ ਤਾਂ ਕੰਪਨੀ ਕੋਲੇ 1 ਲੱਖ ਸ਼ੇਅਰਸ ਆ ਜੋ ਮੈਕਸਿਮਮ ਕੰਪਨੀ ਲੋਕਾਂ ਨੂੰ ਡਿਸਟ੍ਰੀਬਿਊਟ ਕਰਕੇ ਪੈਸਾ ਕਲੈਕਟ ਕਰ ਸਕਦੀ ਹੈ ਕਲੀਅਰ ਇੰਨਾ ਪੈਸਾ ਕੰਪਨੀ ਵੱਧ ਤੋਂ ਵੱਧ 10 ਲੱਖ ਨਾਲ ਬਿਜ਼ਨਸ ਚਲਾ ਸਕਦੀ ਹੈ ਇਹ ਚੇਂਜ ਹੁੰਦੀ ਰਹਿੰਦੀ ਹੈ ਇਸ ਚੀਜ਼ ਨੂੰ ਚੇਂਜ ਕਰਾਉਣ ਦੇ ਲਈ ਜੇ ਫਰਦਰ ਕੰਪਨੀ ਲੱਗਦਾ ਕਿ ਸਾਡਾ ਬਿਜ਼ਨਸ ਬਹੁਤ ਵਧੀਆ ਇੰਪਰੂਵ ਕਰ ਗਿਆ ਵਾ ਤਾਂ ਕੰਪਨੀ ਕੀ ਆ ਬੱਚੇ ਗਵਰਨਮੈਂਟ ਤੋਂ ਅਪਰੂਵਲ ਲੈਂਦੀ ਹੈ ਕਿ ਹੁਣ ਸਾਡਾ ਬਿਜ਼ਨਸ ਬਹੁਤ ਵਧੀਆ ਚੱਲ ਗਿਆ ਤੇ ਸਾਨੂੰ ਉਹਦੀ ਥੋੜੀ ਚਾਰजेस ਹੁੰਦੇ ਆ ਫੀਸ ਹੁੰਦੇ ਆ ਉਹ ਪੇ ਆਊਟ ਕਰਕੇ ਜੋ ਰੂਲਸ ਐਂਡ ਰੈਗੂਲੇਸ਼ਨਸ ਨੂੰ ਫੋਲੋ ਕਰਕੇ ਕੰਪਨੀ ਆਪਣੀ ਅਥੋਰਾਈਜ਼ਡ ਕੈਪੀਟਲ ਨੂੰ ਆ ਇਨਕਰੀਜ਼ ਕਰ ਸਕਦੀ ਆ 10 ਲੱਖ ਤੋਂ 15 ਲੱਖ 20 ਲੱਖ ਐਸ ਪਰ ਰਿਕੁਆਇਰਮੈਂਟ ਬਟ ਜਦੋਂ ਰਜਿਸਟ੍ਰੇਸ਼ਨ ਹੁੰਦੀ ਆ ਉਦੋਂ ਆਪਾਂ ਨੂੰ ਡਿਫਾਈਨ ਕਰਨਾ ਪੈਂਦਾ ਕਲੀਅਰ ਬੱਚਿਓ ਆਈ ਹੋਪ ਤੁਹਾਨੂੰ ਅਥੋਰਾਈਜ਼ਡ ਕੈਪੀਟਲ ਦਾ ਮੀਨਿੰਗ ਕਲੀਅਰ ਹੋ ਗਿਆ ਹੋਊਗਾ ਸੈਕੰਡ ਵਨ ਇਜ਼ ਇਸ਼ੂਡ ਕੈਪੀਟਲ ਹੁਣ ਇੱਕ ਚੀਜ਼ ਬੜੀ ਕਲੀਅਰ ਆ ਕਿ ਅਥੋਰਾਈਜ਼ਡ ਕੈਪੀਟਲ 10 ਲੱਖ ਆ ਤਾਂ ਇਸ਼ੂਡ ਕੈਪੀਟਲ 11 12 15 ਲੱਖ ਨਹੀਂ ਹੋ ਸਕਦੀ ਇਸ਼ੂਡ ਕੈਪੀਟਲ ਮੀਨਸ ਕੁਛ ਕੁ ਹਿੱਸਾ ਮੈਂ ਤੁਹਾਨੂੰ ਇੱਥੇ ਡਿਫਾਈਨ ਕਰਨਾ ਚਾਹੁੰਦਾ ਅਥੋਰਾਈਜ਼ਡ ਕੈਪੀਟਲ ਕੰਪਨੀ ਕੀ ਆ ਬਿਜ਼ਨਸ ਸਟਾਰਟ ਕਰ ਲੈਂਦੀ ਹੈ ਮੈਂ ਤੁਹਾਨੂੰ ਇੱਥੇ ਐਗਜ਼ਾਮਪਲ ਦਿੰਦਾ ਕਿ ਬਿਜ਼ਨਸ ਸਟਾਰਟ ਕੀਤਾ ਕੰਪਨੀ ਨੇ 2 ਲੱਖ ਰੁਪਏ ਦੇ ਹਿਸਾਬ ਨਾਲ ਮਤਲਬ 2 ਲੱਖ ਦੇ ਹਿਸਾਬ ਨਾਲ ਸਟਾਰਟ ਕੀਤਾ ਦੈਟ ਮੀਨਸ 10 ਨਾਲ ਡਿਵਾਈਡ ਕਰੋਗੇ 20000 ਸ਼ੇਅਰਸ ਦੇ ਨਾਲ ਕੰਪਨੀ ਨੇ ਜਿਹੜਾ ਬਿਜ਼ਨਸ ਆ ਸਟਾਰਟ ਕੀਤਾ ਬੱਚੇ ਇਹ ਮੈਂ ਗੱਲ ਕਰ ਰਿਹਾ ਕੈਪੀਟਲ ਦੀ ਮਤਲਬ 10 ਲੱਖ ਆ ਟੋਟਲ 10 ਲੱਖ ਆ ਕੰਪਨੀ ਨੇ ਇਹਦੇ ਵਿੱਚੋਂ 2 ਲੱਖ ਨਾਲ ਬਿਜ਼ਨਸ ਸਟਾਰਟ ਕਰ ਲਿਆ ਕਲੀਅਰ ਬਾਕੀ ਕੰਪਨੀ ਨੇ ਤਾਂ ਨਹੀਂ ਕੀਤਾ ਕਿ ਜਿਵੇਂ ਸਾਨੂੰ ਜ਼ਰੂਰਤ ਪਊਗੀ ਉਸ ਹਿਸਾਬ ਨਾਲ ਅਸੀਂ ਕੰਪਨੀ ਦੇ ਵਿੱਚ ਪੈਸਾ ਇਨਵੈਸਟ ਕਰੀ ਜਾਵਾਂਗੇ ਜਾਂ ਫਿਰ ਲੋਕਾਂ ਤੋਂ ਕਰਵਾਈ ਜਾਵਾਂਗੇ ਕਲੀਅਰ ਉਸ ਹਿਸਾਬ ਨਾਲ ਕੰਪਨੀ ਕੀ ਆ ਲੋਕਾਂ ਤੋਂ ਫਰਮ ਇਨਵੈਸਟਰਸ ਤੋਂ ਪੈਸਾ ਕਲੈਕਟ ਕਰੀ ਜਾਊਗੀ ਜਿਵੇਂ ਉਹਦੀ ਰਿਕੁਆਇਰਮੈਂਟ ਹੋਈ ਸੋ ਕੰਪਨੀ ਨੇ 2 ਲੱਖ ਨਾਲ ਬਿਜ਼ਨਸ ਸਟਾਰਟ ਕੀਤਾ 20000 ਰੁਪਏ ਨਾਲ ਕਲੀਅਰ ਬਟ ਹੁਣ ਕੰਪਨੀ ਲੱਗਿਆ ਕਿ ਸਾਡਾ ਬਿਜ਼ਨਸ ਗਰੋ ਕਰਿਆ ਉਹਨਾਂ ਨੇ ਕੀ ਹੋਰ ਆਪਣਾ ਬਿਜ਼ਨਸ ਵਧਾਉਣਾ ਤਾਂ ਕੰਪਨੀ ਲੱਗਿਆ ਸਾਨੂੰ ਪੈਸੇ ਦੀ ਲੋੜ ਆ ਤਾਂ ਕੰਪਨੀ ਨੇ ਕੀ ਕੀਤਾ ਮਾਰਕੀਟ ਦੇ ਵਿੱਚ ਅਨਾਉਂਸਮੈਂਟ ਕਰਤੀ ਮੀਨਸ ਪ੍ਰੋਸਪੈਕਟਸ ਇਸ਼ੂ ਕਰਤਾ
ਕੰਪਨੀ ਹਮੇਸ਼ਾ ਜਦੋਂ ਵੀ ਸ਼ੇਅਰਸ ਇਸ਼ੂ ਕਰਦੀ ਹੈ ਤਾਂ ਪ੍ਰੋਸਪੈਕਟਸ ਦੇ ਰਾਹੀਂ ਕਰਦੀ ਆ। ਉਹਨੇ ਪ੍ਰੋਸਪੈਕਟਸ ਦੇ ਰਾਹੀਂ ਆਪਣਾ ਇਸ਼ੂ ਮਤਲਬ ਕਹਿਤਾ ਕਿ ਅਸੀਂ ਇਨਵਾਈਟ ਕਰ ਰਹੇ ਹਾਂ, ਸਾਨੂੰ ਜਿੰਨੀ ਰਿਕੁਆਇਰਮੈਂਟ ਆ ਕੰਪਨੀ ਨੂੰ ਦੱਸਣੀ ਪੈਂਦੀ ਆ। ਮੈਂ ਸੈਕੰਡ ਪਾਰਟ ਦੀ ਗੱਲ ਕਰ ਰਿਹਾ ਇਸ਼ੂਡ ਕੈਪੀਟਲ ਦੀ। ਇਸ਼ੂਡ ਕੈਪੀਟਲ ਕੀ ਹੁੰਦੀ ਹੈ? ਇਸ਼ੂਡ ਕੈਪੀਟਲ ਦੇ ਅੰਦਰ ਕੀ ਆ ਕਿ ਕੰਪਨੀ ਡਿਫਾਈਨ ਕਰੂਗੀ ਪ੍ਰੋਸਪੈਕਟਸ ਦੇ ਅੰਦਰ, ਜਿਵੇਂ ਵੀ ਉਹ ਇਨਵਾਈਟ ਕਰਦੀ ਹੈ ਐਪਲੀਕੇਸ਼ਨਸ ਨੂੰ, ਮੈਂ ਇੱਥੇ ਲਿਖ ਦਿੰਦਾ ਇਨਵਾਈਟ ਕਰਦੀ ਆ ਐਪਲੀਕੇਸ਼ਨਸ ਨੂੰ ਕਿ ਸਾਨੂੰ ਜੀ 5 ਲੱਖ ਰੁਪਏ ਦੀ ਲੋੜ ਆ। ਮੈਂ ਇੱਥੇ ਲਿਖ ਰਿਹਾ 5 ਲੱਖ ਰੁਪੀਸ ਦੀ ਲੋੜ ਆ, 5 ਲੱਖ ਰੁਪੀਸ ਦੀ ਲੋੜ ਆ। ਤਾਂ 5 ਲੱਖ ਮੀਨਸ 50,000 ਸ਼ੇਅਰਸ ਦੀ ਸਾਨੂੰ ਲੋੜ ਆ। ਅਸੀਂ 50,000 ਸ਼ੇਅਰਸ ਕੀ ਆ ਅਲਾਟ ਕਰਨੇ ਆ, ਲੋਕਾਂ ਨੂੰ ਵੰਡਣੇ ਆ। ਜਿਹੜੇ ਪਰਸਨ ਇੰਟਰਸਟਿਡ ਨੇ ਉਹ ਸਾਡੀ ਕੰਪਨੀ ਦੇ ਵਿੱਚ ਪੈਸਾ ਆ ਕੇ ਇਨਵੈਸਟ ਕਰ ਸਕਦੇ ਆ। ਔਰ ਸਾਡੇ ਸ਼ੇਅਰ ਦੀ ਕੀਮਤ ਕਿੰਨੀ ਹੋਊਗੀ? 10 ਰੁਪਏ ਇੱਕ ਸ਼ੇਅਰ। ਕਲੀਅਰ ਬੱਚਿਓ? ਸੋ ਸ਼ੇਅਰ ਇਸ਼ੂਡ ਕੈਪੀਟਲ ਕੰਪਨੀ ਨੇ ਜਦੋਂ ਵੀ ਪੈਸਾ ਇਸ਼ੂ ਕਰਨਾ ਹੁੰਦਾ ਤਾਂ ਕੰਪਨੀ ਪ੍ਰੋਸਪੈਕਟਸ ਦੇ ਰਾਹੀਂ ਪੈਸਾ ਰੇਜ਼ ਕਰਦੀ ਆ, ਲੋਕਾਂ ਨੂੰ ਐਪਲੀਕੇਸ਼ਨਸ ਇਨਵਾਈਟ ਕਰਦਾ। ਜਿਹੜੇ ਪਰਸਨ ਇੰਟਰਸਟਿਡ ਹੁੰਦੇ ਨੇ ਉਹ ਐਪਲੀਕੇਸ਼ਨਸ ਲਈ ਸ਼ੇਅਰਸ ਦੇ ਲਈ ਐਪਲੀਕੇਸ਼ਨਸ ਭੇਜ ਦਿੰਦੇ ਨੇ, ਜਿਨ੍ਹਾਂ ਨੂੰ ਲੱਗਦਾ ਕਿ ਅਸੀਂ 10 ਰੁਪਏ ਦਾ ਸਾਨੂੰ ਕੰਪਨੀ ਖਰੀਦਣ 'ਚ ਸ਼ੇਅਰਸ 'ਚ ਫਾਇਦਾ ਵਾ। ਸੋ ਬੇਸਿਕਲੀ ਹੁੰਦਾ ਕੀ ਆ, ਇਸ ਚੀਜ਼ ਨੂੰ ਕਹਿੰਦੇ ਆ ਇਸ਼ੂਡ ਕੈਪੀਟਲ। ਮੀਨਸ 50,000 ਕੰਪਨੀ ਨੇ ਇਸ਼ੂ ਕਰਨ ਲੱਗੀ ਹੈ। ਸੋ 50,000 ਕੰਪਨੀ ਨੇ ਐਪਲੀਕੇਸ਼ਨਸ ਇਨਵਾਈਟ ਕੀਤੀਆਂ। ਕਲੀਅਰ? ਹੁਣ ਇਹ ਵੀ ਹੋ ਸਕਦਾ ਕਿ ਕੰਪਨੀ ਨੇ 50,000 ਐਪਲੀਕੇਸ਼ਨਸ ਇਨਵਾਈਟ ਕੀਤੀਆਂ ਬਟ ਕੰਪਨੀ ਦੀ ਗੁੱਡਵਿਲ ਨਹੀਂ ਵਧੀਆ। ਜੇ ਗੁੱਡਵਿਲ ਨਹੀਂ ਵਧੀਆ ਤਾਂ ਕੋਈ ਖਰੀਦੂਗਾ ਹੀ ਨਹੀਂ। ਜੇ ਖਰੀਦੂਗਾ ਨਹੀਂ ਤਾਂ ਹੋ ਸਕਦਾ ਕੰਪਨੀ ਕੋਲੇ ਜਿਹੜੇ ਸ਼ੇਅਰਸ ਦੀਆਂ ਐਪਲੀਕੇਸ਼ਨ ਆ ਉਹ 50,000 ਦੀ ਬਜਾਏ 45,000 ਆਉਣ। ਕਲੀਅਰ? ਔਰ ਇਹ ਵੀ ਹੋ ਸਕਦਾ ਜੇ ਕੰਪਨੀ ਦੀ ਗੁੱਡਵਿਲ ਵਧੀਆ ਵਾ ਤਾਂ ਕੰਪਨੀ ਦੀ ਜਿਹੜੀ ਸ਼ੇਅਰਸ ਆਉਣ ਕਿੰਨੇ ਆ ਸਕਦੇ ਆ ਐਪਲੀਕੇਸ਼ਨਸ ਦੀ? ਸ਼ੇਅਰਸ ਦੀ ਕਿੰਨੀਆਂ ਐਪਲੀਕੇਸ਼ਨਸ ਆ ਸਕਦੀਆਂ? 55,000 ਸ਼ੇਅਰਸ ਦੀਆਂ ਐਪਲੀਕੇਸ਼ਨਸ ਵੀ ਆ ਸਕਦੀਆਂ। ਬਟ ਇੱਕ ਗੱਲ ਧਿਆਨ ਰੱਖਿਓ, ਕੰਪਨੀ ਨੇ ਜਿੰਨੀਆਂ ਐਪਲੀਕੇਸ਼ਨਸ ਇਨਵਾਈਟ ਕੀਤੀਆਂ ਸੀ ਉਸ ਤੋਂ ਜ਼ਿਆਦਾ ਨਹੀਂ ਇਸ਼ੂ ਕਰ ਸਕਦੀ। ਜੇ 50,000 ਇਸ਼ੂ ਕੀਤੀਆਂ ਸੀ, ਚਾਹੇ 55, ਚਾਹੇ 60, ਚਾਹੇ ਲੱਖ ਐਪਲੀਕੇਸ਼ਨਸ ਆ ਜਾਣ ਸ਼ੇਅਰਸ ਦੀਆਂ, ਬਟ ਆਪਾਂ 50,000 ਇਸ਼ੂ ਕਰਨੀ ਹੈ। ਕਲੀਅਰ ਬੱਚਿਓ? ਕੰਪਨੀ 50,000 ਤੋਂ ਜ਼ਿਆਦਾ ਨਹੀਂ ਕਰ ਸਕਦੀ। ਜੇ 45,000 ਤਾਂ ਅਫਕੋਰਸ 45,000 ਕਰੂਗੀ। ਸੋ ਉਹ ਕੰਪਨੀ ਦੀ ਗੁੱਡਵਿਲ ਤੇ ਡਿਪੈਂਡ ਕਰਦਾ। ਕੰਪਨੀ ਆ 10 ਰੁਪਏ ਦਾ ਸ਼ੇਅਰ 12 'ਚ ਵੀ ਵੇਚ ਸਕਦੀ ਹੈ, 15 'ਚ ਵੀ। ਇਹ ਵੀ ਕੰਪਨੀ ਦੀ ਗੁੱਡਵਿਲ ਤੇ ਡਿਪੈਂਡ ਕਰਦਾ ਕਿ ਉਹਨੇ ਮਾਰਕੀਟ ਵੈਲਿਊ ਕਿੰਨੀ ਰੱਖਣੀ ਹੈ ਸ਼ੇਅਰਸ ਦੀ। ਕਲੀਅਰ? ਸੋ ਬੇਸਿਕਲੀ ਹੁਣ ਸਮਝੋ ਇੱਕ ਗੱਲ ਕਿ ਆਪਣੀ ਜਿਹੜੀ ਬਿਜ਼ਨਸ ਸਟਾਰਟ ਕੀਤਾ ਸੀ ਉਹ 20,000 ਦਾ ਸੀਗਾ। ਨਵੀਂ ਕੈਪੀਟਲ ਕਿੰਨੀ ਮੰਗਵਾ ਲਈ? 50,000। ਦੈਟ ਮੀਨਸ ਹਜੇ ਵੀ 70,000 ਬਣਿਆ। ਆਪਣੀ ਜਿਹੜੀ ਅਥੋਰਾਈਜ਼ਡ ਕੈਪੀਟਲ 1 ਲੱਖ ਉਸ ਤੋਂ ਜ਼ਿਆਦਾ ਨਹੀਂ ਬਣਿਆ ਔਰ ਨਾ ਹੀ ਬਣੂਗਾ। ਕਲੀਅਰ? ਇਸ਼ੂਡ ਕੈਪੀਟਲ ਹਮੇਸ਼ਾ ਅਥੋਰਾਈਜ਼ਡ ਕੈਪੀਟਲ ਤੋਂ ਘੱਟ ਹੁੰਦੀ ਆ। ਸੋ 50,000 ਸ਼ੇਅਰਸ ਦੀ ਆਪਾਂ ਇਸ਼ੂ ਕਰਤੇ। ਇਸ਼ੂਡ ਮੀਨਸ ਐਪਲੀਕੇਸ਼ਨਸ ਇਨਵਾਈਟ ਕਰ ਲਈਆਂ। ਕਲੀਅਰ ਬੱਚਿਓ? ਮੈਂ ਤੁਹਾਨੂੰ ਇੱਥੇ ਇੱਕ ਚੀਜ਼ ਹੋਰ ਸਮਝਾ ਦਿੰਦਾ। ਇਸ਼ੂਡ ਕੈਪੀਟਲ ਦੇ ਅੰਦਰ ਜੇ ਆਪਾਂ 50,000 ਐਪਲੀਕੇਸ਼ਨਸ ਇਨਵਾਈਟ ਕੀਤੀਆਂ, 45,000 ਆਈਆਂ ਤਾਂ ਉਸ ਚੀਜ਼ ਨੂੰ ਕਹਿੰਦੇ ਆ ਅੰਡਰ ਸਬਸਕ੍ਰਿਪਸ਼ਨ। ਇਹਨੂੰ ਆਪਾਂ ਦੁਬਾਰਾ ਵੀ ਡਿਸਕਸ ਕਰਾਂਗੇ ਅੱਗੇ, ਇਹਦਾ ਇੱਕ ਬੜਾ ਡੀਪਲੀ ਟੌਪਿਕ ਆ। ਜੇ ਵੱਧ ਜਾਣ ਤਾਂ 55,000 ਆ ਜਾਣ, ਉਸ ਚੀਜ਼ ਨੂੰ ਕਹਿੰਦੇ ਆ ਓਵਰ ਸਬਸਕ੍ਰਿਪਸ਼ਨ। ਮੀਨਸ 55,000 ਐਪਲੀਕੇਸ਼ਨਸ ਆ ਗਈਆਂ ਬਟ ਕੰਪਨੀ ਨੇ 50,000 ਹੀ ਇਸ਼ੂ ਕਰਨੀਆਂ। ਮੈਂ ਥੋੜਾ ਜਿਹਾ ਹੋਰ ਐਕਸਟੈਂਡ ਕਰ ਦਿੰਦਾ। ਸਪੋਜ਼ ਕਰੋ ਕੰਪਨੀ A, B ਐਂਡ C ਮੈਂਬਰਸ ਨੇ ਐਪਲੀਕੇਸ਼ਨਸ ਭੇਜੀਆਂ। ਉਹ ਕਹਿੰਦਾ ਜੀ ਮੈਂ 20,000 ਸ਼ੇਅਰਸ ਖਰੀਦੂੰਗਾ। A ਕਹਿੰਦਾ। B ਕਹਿੰਦਾ ਜੀ ਮੈਂ 15,000 ਸ਼ੇਅਰਸ ਖਰੀਦੂੰਗਾ ਔਰ C ਕਹਿੰਦਾ ਜੀ ਮੈਂ 20,000 ਸ਼ੇਅਰਸ ਖਰੀਦੂੰਗਾ। ਹੁਣ ਜੇ ਤੁਸੀਂ ਧਿਆਨ ਨਾਲ ਦੇਖੋ, B 15 ਤੇ B 40 55,000 ਸ਼ੇਅਰਸ ਬਣ ਗਏ। ਵੱਧ ਗਏ ਨਾ। ਕੰਪਨੀ ਨੇ ਤਾਂ 50,000 ਇਨਵਾਈਟ ਕੀਤੇ ਸੀ ਬਟ ਕੰਪਨੀ ਕੀ ਆ ਇਸ ਤੋਂ ਜ਼ਿਆਦਾ ਨਹੀਂ ਕਰ ਸਕਦੀ। ਸੋ ਕੰਪਨੀ ਕਿਸੇ ਦੇ ਵੀ 1% ਦੇ ਸ਼ੇਅਰਸ ਰਿਜੈਕਟ ਕਰ ਸਕਦੀ ਆ। ਹੋ ਸਕਦਾ ਉਹ 1,000 ਚੋਂ ਘਟਾ ਦੇ। ਮੀਨਸ ਓਵਰਆਲ ਉਹ 50,000 ਸ਼ੇਅਰਸ ਹੀ ਅਲਾਟ ਕਰੂਗੀ। ਦੈਟਸ ਕਲੀਅਰ? ਸੋ ਬੱਚਾ ਇਹ ਸੀਗਾ ਇਸ਼ੂਡ ਕੈਪੀਟਲ। ਕਲੀਅਰ? ਜੋ ਕੰਪਨੀ ਇਨਵਾਈਟ ਕਰਕੇ ਕਰਦੀ ਹੈ, ਇਸ ਚੀਜ਼ ਨੂੰ ਕਹਿੰਦੇ ਇਸ਼ੂਡ ਕੈਪੀਟਲ। ਹਜੇ ਜਿਹੜੀ ਪੈਂਡਿੰਗ ਬਚ ਗਈ ਤੁਸੀਂ ਦੇਖੋਗੇ, 10 ਲੱਖ ਪੈਸਾ ਇਕੱਠਾ ਕਰਨਾ ਸੀ, 2 ਲੱਖ ਆ ਕੀਤਾ ਤੇ 5 ਲੱਖ ਆ ਕੀਤਾ, 7 ਲੱਖ ਕੀਤਾ, 3 ਲੱਖ ਰਹਿ ਰਿਹਾ ਹਜੇ। ਕਲੀਅਰ? ਬਟ ਇਸ਼ੂਡ ਉਹਨੂੰ ਕਹਿੰਦੇ ਆ ਜੋ ਆਪਾਂ ਇਨਵਾਈਟ ਕਰ ਲਈਆਂ। ਨੈਕਸਟ ਵਨ, ਥਰਡ ਵਨ ਇਜ਼ ਸਬਸਕ੍ਰਾਈਬ ਕੈਪੀਟਲ। ਸਬਸਕ੍ਰਾਈਬ ਕੈਪੀਟਲ ਬੱਚੇ ਇਹ ਇਸ਼ੂਡ ਕੈਪੀਟਲ ਤੋਂ ਨੈਕਸਟ ਪਾਰਟ ਆ। ਮੀਨਸ ਇੱਥੇ ਆਪਾਂ 50,000 ਸ਼ੇਅਰਸ ਆਪਾਂ ਅਲਾਟ ਕੀਤੇ ਸੀਗੇ, ਮਤਲਬ ਇਨਵਾਈਟ ਕੀਤੇ ਸੀ। ਜੇ 50,000 ਐਪਲੀਕੇਸ਼ਨਸ ਨੂੰ ਲੋਕਾਂ ਨੇ ਇੰਟਰਸਟ ਦਿਖਾਇਆ, ਉਹ ਇਨਵੈਸਟਰਸ ਨੇ ਇੰਟਰਸਟ ਦਿਖਾਇਆ, ਉਹ ਪੇਮੈਂਟ ਕਰ ਰਹੇ ਨੇ, ਜਿਨ੍ਹਾਂ ਨੇ ਪੇਮੈਂਟ ਕਰਤੀ ਔਰ ਕੰਪਨੀ ਨੇ ਐਕਸੈਪਟ ਕਰ ਲਈ ਔਰ ਅਲਾਟ ਕਰਤੇ ਸ਼ੇਅਰਸ, ਉਸ ਚੀਜ਼ ਨੂੰ ਕਹਿੰਦੇ ਆ ਸਬਸਕ੍ਰਾਈਬਡ ਕੈਪੀਟਲ। ਜੀ ਇੰਨੀ ਅਸੀਂ ਸਬਸਕ੍ਰਾਈਬ ਕਰ ਲਈ, ਇੰਨੀ ਅਸੀਂ ਇਕੱਠੀ ਕਰ ਲਈ ਕੈਪੀਟਲ। ਕਲੀਅਰ ਬੱਚੇ? ਜੇ 50,000 ਸ਼ੇਅਰਸ ਆਪਣੇ ਵਿਕ ਜਾਂਦੇ ਨੇ ਔਰ ਪੂਰੇ ਦੇ ਪੂਰੇ ਵਿਕ ਜਾਂਦੇ ਨੇ ਤੇ ਉਸ ਚੀਜ਼ ਨੂੰ ਕਹਿੰਦੇ ਆ ਸਬਸਕ੍ਰਾਈਬਡ ਕੈਪੀਟਲ। ਕਲੀਅਰ? ਆਈ ਹੋਪ ਤੁਹਾਨੂੰ ਸਮਝ ਲੱਗ ਗਿਆ ਹੋਊਗਾ।
मैं रिपीट कर देना, सब्सक्राइब कैपिटल वही होंगी है जो इन्वेस्टर्स द्वारा शेयर्स परचेज कर लेते जाते हैं और कंपनी द्वारा अलॉट कर लेते जाते हैं, उस चीज़ को सब्सक्राइब कैपिटल कहते हैं। और सब्सक्राइब कैपिटल ते पेड अप कैपिटल ज़्यादा डिफरेंस नहीं गा। जे आप कंपनी ने सब्सक्राइब करते 50,000 शेयर्स, मैं उसी गल नूं चलदा, 50,000 शेयर सब्सक्राइब करते एट ₹10 ईच मीनस 5 ਲੱਖ रुपया। जे तो पूरा 5 ਲੱਖ रुपया कंपनी को पहुंच चुकिया वा तो उस चीज नूं कहंदे ने पेड अप कैपिटल ये हो जूगी। जे 4 ਲੱਖ पहुंचे तो 4 ਲੱਖ पेड अप कैपिटल हो जूगी। क्लीयर? अनपेड अप हो जूगी 1 ਲੱਖ रुपया। सो लास्ट वन इज पेड अप कैपिटल। जे फुली पेड अप आ संस्था सब्सक्राइब कैपिटल और पेड अप कैपिटल दे विच ज्यादा डिफरेंसिस नहीं रहणगे। क्लीयर बच्चे? इन्हां दा मीनिंग की आ सेम हो जूगा। सब्सक्राइब कैपिटल रिपीट कर रहे हैं वही जो इन्वेस्टर्स ने एप्लीकेशन भेजदियां, पैसे भी भेजते और कंपनी ने एक्सेप्ट करके उन्होंने शेयर्स अलॉट करते, दैट मीन्स दिस इज कॉल्ड अ सब्सक्राइब्ड कैपिटल। लोगों ने सब्सक्राइब कर लियो, मैंबर बन गई कंपनी की। पेड अप कैपिटल मीन्स जिन्ना पैसा आपां नूं आ गया। सो क्लीयर बच्चों? आई होप तुहानूं टाइप्स ऑफ कैपिटल आ जिहड़ा समझ लग गया होगा। थैंक यू सो मच।